Hello students, you all are most welcome in your own YouTube channel Preparation with RJ. Our today video is special demand on Preparation with RJ viewer or subscriber on Victorian age questions. हाँ जी, super 30 questions ने Victorian age दे. Let's start. First question, which poem is a favorite poem of Alfred Lord Tennyson? हाँ जी, ਕਿਹੜੀ ਪੋਇਮ ਹੈ ਜੋ ਆਪਣੇ ਵਰਕਸ ਦੇ ਵਿੱਚੋਂ ਪੋਇਮ ਦੇ ਵਿੱਚੋਂ ਅਲਫਰਡ ਲਾਰਡ ਟੈਨੀਸਨ ਦੀ ਫੇਵਰੇਟ ਪੋਇਮ ਹੈ? ਆਨਸਰ ਹੈ ਜੀ ਮੌਡ। ਮੌਡ ਪੋਇਮ ਹੈ ਜੋ ਰਿਟਨ ਬਾय ਟੈਨੀਸਨ ਇਜ਼ ਉਹਨਾਂ ਦੀ ਖੁਦ ਦੀ ਫੇਵਰੇਟ ਪੋਇਮ ਹੈ। ਇਸ ਦਾ ਫੁੱਲ ਨੇਮ ਕੀ ਆ? ਮੌਡ ਐਂਡ ਅਦਰ ਪੋਮਸ। हाँ जी, इसनों पोएम भी कह सकते हैं, तुसीं पोएम प्रोनाउंस करते इसनों पोम्स भी कहा जाता है। मॉड एंड अदर पोम्स, हाँ जी, बहुत इंपॉर्टेंट हैगी ये। स्पैशलिटी की है, इसकी इंपॉर्टेंस की है कि जदों अल्फ्रेड टैनीसन सीगे जो पोइट लॉरियट बने सीगे, तुहानूं पता होएगा कि पोइट लॉरियट बने सी 1850 दे विच। इन्हां ने पोइट लॉरियट बनन तो बाद फर्स्ट पबलिश्ड कलैक्शन जो है वो है मॉड, जो कि पबलिश्ड हुई हैगी 1855 दे विच। इसलिए काफ़ी इंपॉर्टेंट हैगी एग्जाम पॉइंट ऑफ व्यू तो कि लॉर्ड अल्फ्रेड टैनीसन 1850 ਦੇ ਵਿੱਚ ਪੋਇਟ ਲੌਰੀਏਟ ਬਣੇ। ਉਸ ਤੋਂ ਬਾਅਦ ਸਭ ਤੋਂ ਫਸਟ ਪਬਲਿਸ਼ਡ ਕਲੈਕਸ਼ਨ ਕੀ ਹੈ ਉਹਨਾਂ ਦੀ? ਮੌਡ ਹੈਗੀ, ਜੋ ਪਬਲਿਸ਼ਡ ਹੋਈ ਹੈ 1855 ਦੇ ਵਿੱਚ। ਹਾਂਜੀ, ਮੂਵ ਟੂ ਨੈਕਸਟ ਕੁਐਸਚਨ। ਹਾਂਜੀ, ਵਿਚ ਇਜ਼ ਦ ਬੈਸਟ ਈਅਰ ਫॉर ਅਲਫਰੈਡ ਲੌਰਡ ਟੈਨੀਸਨ? ਹਾਂਜੀ, ਲਾਈਕ ਆਪਣੇ ਲਈ ਕੋਈ ਨਾ ਕੋਈ ਬੈਸਟ ਈਅਰ ਹੁੰਦਾ, ਲਾਈਕ ਤੁਹਾਡੇ ਸਾਰਿਆਂ ਲਈ ਹੋਊਗਾ ਜਦੋਂ ਤੁਸੀਂ ਜੁਆਇਨ ਕਰੋਗੇ ਫਸਟ ਡੇ ਐਜ਼ ਅ ਗਵਰਨਮੈਂਟ ਟੀਚਰ, ਐਜ਼ ਐਨ ਇੰਗਲਿਸ਼ ਟੀਚਰ, ਤਾਂ ਉਹ ਤੁਹਾਡੇ ਲਈ ਬੈਸਟ ਈਅਰ ਹੋਊਗਾ, ਬੈਸਟ ਡੇਟ ਹੋਊਗੀ, ਬੈਸਟ ਮੰਥ ਹੋਊਗਾ, ਬੈਸਟ ਟਾਈਮ ਹੋਊਗਾ। ਸੇਮ ਐਜ਼ ਅਲਫਰਡ ਲੌਰਡ ਟੈਨੀਸਨ ਦੇ ਲਈ ਬੈਸਟ ਟਾਈਮ ਕੀ ਸੀਗਾ, ਬੈਸਟ ਈਅਰ ਕੀ ਸੀਗਾ ਕਿ ਉਹਨਾਂ ਦਾ ਜਦੋਂ ਉਹ ਪੋਇਟ ਲੌਰੀਏਟ ਬਣੀ 1850 ਦੇ ਵਿੱਚ। ਹਾਂਜੀ, ਇੰਪੋਰਟੈਂਟ ਕੁਐਸਚਨ ਇੱਕ ਹੋਰ ਬਣਦਾ ਹੈ ਕਿ ਜੋ ਅਲਫਰਡ ਟੈਨੀਸਨ ਨੇ ਇਹਨਾਂ ਤੋਂ ਪਹਿਲਾਂ ਕਈ ਵਾਰ ਮੋਲਡ ਕਰਕੇ ਕੁਐਸਚਨ ਪੁੱਛੇ ਜਾਂਦੇ ਨੇ ਅਕਸਰ ਅੱਜ ਕੱਲ੍ਹ ਪੇਪਰ ਦੇ ਵਿੱਚ। ਐਗਜ਼ਾਮੀਨਰ ਐਵੇਂ ਕੁਐਸਚਨ ਸੈੱਟ ਕਰਦਾ ਕਿ ਅਲਫਰਡ ਲੌਰਡ ਟੈਨੀਸਨ ਤੋਂ ਪਹਿਲਾਂ कौन सी पोइट लॉरियट? तुहानूं पता होना चाहिए कौन सीगे? विलियम वर्ड्सवर्थ ने, जो अपने विलियम वर्ड्सवर्थ ने जो अल्फ्रेड टैनीसन तो पहला की सीगे पोइट लॉरियट सीगे, जो कि 1843 तो 1850 तक पोइट लॉरियट के टाइटल दे विच रहे। हाँ जी, मूव टू नैक्सट क्वेश्चन। होम डिड रॉबर्ट ब्राउनिंग मैरी? हाँ जी, रॉबर्ट ब्राउनिंग बहुत ज़्यादा इंपॉर्टेंट राइटर ने जी। हाँ जी, ਉਹਨਾਂ ਦੀ ਮੈਰਿਜ ਕਿਹਨਾਂ ਦੇ ਨਾਲ ਹੋਈ? ਉਹਨਾਂ ਦੀ ਮੈਰਿਜ ਹੋਈ ਐਲਿਜ਼ਾਬੈਥ ਬੈਰਟ ਨਾਲ। ਐਲਿਜ਼ਾਬੈਥ ਬੈਰਟ ਵੀ ਇੰਗਲਿਸ਼ ਪੋਇਟ ਨੇਗੇ। ਹਾਂਜੀ, ਐਲਿਜ਼ਾਬੈਥ ਬੈਰਟ ਦਾ ਫੁੱਲ ਨੇਮ ਹੈਗਾ ਐਲਿਜ਼ਾਬੈਥ ਬੈਰਟ ਬਰਾਉਨਿੰਗ। ਨੈਕਸਟ ਕੁਐਸਚਨ, ਇਨਟੂ ਹਾਊ ਮੈਨੀ ਵੋਲੀਅਮਸ ਇਜ਼ ਸਾਰਟਰ ਰਿਸੋਰਟਸ ਡਿਵਾਈਡਡ? ਸਾਰਟਰ ਰਿਸੋਰਟਸ ਡਿਵਾਈਡ ਕਿੰਨੀ ਵੋਲੀਅਮ ਦੇ ਵਿੱਚ ਹੋਈ? ਹਾਂਜੀ, ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਜੋ ਸਾਰਟਰ ਰਿਸੋਰਟਰ पोइम है जो ये एक कॉमिक नॉवल है ये जो रिटन बाय हैगा थॉमस कार्लाइल द्वारा। थॉमस कार्लाइल ने इन्हों राइट किया इसनों कार्लाइल, रिटन बाय थॉमस कार्लाइल। हाँ जी, इस तो बाद इंपॉर्टेंट गल की है कि सब तो पहला जो ये पबलिश्ड हुई सी कॉमिक नॉवल है जो ये पबलिश्ड होया सीगा इन सीरीयल फॉर्म दे विच। सीरीयल फॉर्म दे विच ये पबलिश्ड होया सीगा 1833 तो लैके 1834 तक, 1833 ਤੋਂ ਲੈ ਕੇ 34 ਤੱਕ ਇਹਨਾਂ ਸੀਰੀਅਲ ਫਾਰਮ ਦੇ ਵਿੱਚ ਪਬਲਿਸ਼ਡ ਹੋਇਆ ਸੀ। ਕਿਹੜੇ ਮੈਗਜ਼ੀਨ ਦੇ ਵਿੱਚ ਹੋਇਆ ਸੀ? ਇਹ ਵੀ ਇੰਪੋਰਟੈਂਟ ਹੈ। ਇਹ ਹੋਇਆ ਸੀ ਫਰੇਜ਼ਰ ਮੈਗਜ਼ੀਨ ਦੇ ਵਿੱਚ। ਫਰੇਜ਼ਰ ਮੈਗਜ਼ੀਨ ਦੇ ਵਿੱਚ ਪਬਲਿਸ਼ਡ ਹੋਇਆ ਸੀ ਇਹਨਾਂ ਸੀਰੀਅਲ ਫਾਰਮ ਦੇ ਵਿੱਚ 1833 ਤੋਂ 1834। ਹਾਂਜੀ, ਐਜ਼ ਅ ਬੁੱਕ ਫਾਰਮ ਦੇ ਵਿੱਚ ਕਦੋਂ ਪਬਲਿਸ਼ਡ ਹੋਇਆ ਸੀ? 1836 ਦੇ ਵਿੱਚ। ਇਹ ਇੰਪੋਰਟੈਂਟ ਹੈ ਜੀ, ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਹੁੰਦਾ ਕਿ ਕਦੋਂ ਐਜ਼ ਅ ਬੁੱਕ ਫਾਰਮ ਦੇ ਵਿੱਚ ਐਜ਼ ਅ ਨੋਵਲ ਇਹ ਪਬਲਿਸ਼ਡ ਹੋਇਆ, ਐਜ਼ ਅ ਕਾਮਿਕ ਨੋਵਲ बुक फॉर्म ਦੇ ਵਿੱਚ। ਤਾਂ ਉੱਥੇ ਆਪਸ਼ਨ ਹੋ ਸਕਦਾ ਹੈ 1834 ਵੀ ਹੋ ਸਕਦਾ, 1836 ਵੀ ਹੋ ਸਕਦਾ। ਤਾਂ ਜੀ ਐਗਜ਼ੈਕਟ ਆਨਸਰ 1836 ਹੈ। ਅਗਰ ਐਜ਼ ਅ ਸੀਰੀਅਲ ਫਾਰਮ ਦੇ ਵਿੱਚ ਫਰੇਜ਼ਰ ਮੈਗਜ਼ੀਨ ਦੇ ਵਿੱਚ ਪੁੱਛਿਆ ਜਾਂਦਾ ਤਾਂ ਉੱਥੇ ਆਨਸਰ ਹੈਗਾ 1833 ਔਰ 1834 ਦੇ ਵਿੱਚ ਪਬਲਿਸ਼ਡ ਹੋਇਆ। ਨੈਕਸਟ ਕੁਐਸਚਨ। ਹਾਂਜੀ, ਇਸ ਦੇ ਵਿੱਚ ਸੌਰੀ ਹਾਊ ਮੈਨੀ ਵੋਲੀਅਮ ਕੀ ਨੇ ਇਹਦੇ ਵਿੱਚ? ਇਹ ਦੱਸਣਾ ਭੁੱਲ ਗਈ ਮੈਂ। ਇਸ ਦੇ ਵਿੱਚ 3 ਵੋਲੀਅਮ ਨੇ ਟੋਟਲ। ਨੈਕਸਟ ਕੁਐਸਚਨ, ਵਿਚ ਵਰਕ ਆਫ ਜੌਨ ਰਸਕਿਨ ਅਟੈਕਸ ਦ ਰੈਨੇਸੈਂਸ ਆਰਟ? हाँ जी, जॉन रस्किन का केड़ा वर्क है जो रैनेसन आर्ट के उत्ते अटैक करता है? आंसर हैगा द स्टोन्स ऑफ वेनिस। हाँ जी, स्टोन्स है द स्टोन्स ऑफ वेनिस है जो ये रैनेसन आर्ट के उत्ते काफ़ी ज़्यादा अटैक कर रहा है। रस्किन जो वर्क ने रैनेसन आर्ट के उत्ते रिलेटेड जोड़े ये जो वर्क है पबलिश्ड होया इसका 1851 के 1851 के। हाँ जी,
हिंडले इज कैरेक्टर इन मोस्ट इंपॉर्टेंट कैरेक्टर हिंडले हाँ जी किस वर्क का कैरेक्टर हैगा वुदरिंग हाइट्स का मोस्ट इंपॉर्टेंट नॉवल हाँ जी ये नॉवल बहुत ज़्यादा इंपॉर्टेंट है क्योंकि एमिली ब्रोंटे द्वारा लिखा गया एमिली ब्रोंटे का ओनली नॉवल है एमिली ब्रोंटे हाँ जी तुम जानते होंगे 3 ब्रोंटे सिस्टर्स ने जड़ियाँ उन्होंने एक एमिली ब्रोंटे ने जिन्हों का इको एक ओनली सिंगल नॉवल है वो है वुदरिंग हाइट्स काफ़ी ज़्यादा इंपॉर्टेंट है इस एग्जाम के एक दो क्वेश्चन 101% आउणगे जी हाँ जी ये पब्लिश्ड कदों होया 1847 ਦੇ ਵਿੱਚ 1847 ਦੇ ਵਿੱਚ ਇਹ ਪਬਲਿਸ਼ਡ ਹੋਇਆ ਇਸ ਦਾ ਜਨਰ ਕੀ ਹੈ ਇਹ ਇੱਕ ਟ੍ਰੈਜੇਡੀ ਆ ਗੋਥਿਕ ਹੈ ਇਹ ਗੋਥਿਕ ਟ੍ਰੈਜੇਡੀ ਹੈ ਇੱਕ हाँ जी ਹੋਰ ਇੰਪੋਰਟੈਂਟ ਗੱਲ ਕੀ ਹੈ ਇਸ ਦੇ ਵਿੱਚ ਕਿ ਇਸ ਦਾ ਜੋ ਐਮਿਲੀ ਬ੍ਰੋਂਟੇ ਆ ਉਹਨਾਂ ਨੇ ਆਪਣਾ ਰੀਅਲ ਨੇਮ ਨਹੀਂ ਯੂਜ਼ ਕੀਤਾ ਇਸ ਦੇ ਵਿੱਚ ਉਹਨਾਂ ਨੇ ਆਪਣਾ ਪੈਨ ਨੇਮ ਯੂਜ਼ ਕੀਤਾ ਪੈਨ ਨੇਮ ਜਿਸ ਨੂੰ सिडोनियम वर्ड भी आ सकता उन्होंने अपना सिडोनियम उन्होंने पेन नेम यूज़ किया पेन नेम की सी उन्हों का एलिस बेल नैक्सट क्वेश्चन वैन वाज हार्ड टाइम्स पब्लिश्ड हार्ड टाइम कदों पब्लिश्ड होया जी वर्क ये पब्लिश्ड होया 1854 के विच हाँ जी 1854 ਦੇ ਵਿੱਚ ਪਬਲਿਸ਼ਡ ਹੋਇਆ ਹਾਰਡ ਟਾਈਮ ਇਹ ਰਿਟਨ ਬਾय ਚਾਰਲਸ ਡਿਕਨ हाँ जी ਚਾਰਲਸ ਡਿਕਨ ਦਾ ਮਾਸਟਰਪੀਸ है जी ਇਹ ਤਾਂ ਇਸ ਦੇ ਰਿਲੇਟਡ ਜਿੰਨੇ ਵੀ ਡੀਪਲੀ ਕੁਐਸਚਨ ਨੇ ਉਹ ਤੁਸੀਂ ਜ਼ਰੂਰ ਕਰਨਾ ਇੱਕ ਦੋ ਕੁਐਸਚਨ ਪੱਕਾ ਹੁੰਦੇ ਨੇ ਇਸ ਦੇ ਵਿੱਚ ਚਾਰਲਸ ਡਿਕਨ ਦੇ ਨੀਅਰ ਅਬਾਊਟ ਦੋ ਤਿੰਨ ਕੁਐਸਚਨ ਪੇਪਰ ਦੇ ਵਿੱਚ ਪੱਕਾ ਹੋਣਗੇ ਹਾਂਜੀ ਥਾਮਸ ਹਾਰਡੀ ਬਿਲੀਵਸ ਇਨ ਥਾਮਸ ਹਾਰਡੀ ਕਿਸ ਚੀਜ਼ ਦੇ ਵਿੱਚ ਟਰਸਟ ਕਰਦੇ ਸੀ ਬਿਲੀਵ ਕਰਦੇ ਸੀ ਫੇਟ ਐਂਡ ਚਾਂਸ ਦੇ ਵਿੱਚ ਨੈਕਸਟ ਕੁਐਸਚਨ ਵਿਚ ਟਾਈਪ ਆਫ ਪੋਇਟ ਇਜ਼ ਮੈਥਿਊ ਆਰਨਲਡ ਕਿਸ ਟਾਈਪ ਦੇ ਪੋਇਟ ਸੀ ਮੈਲੰਕਲੀ ਟਾਈਪ ਦੇ ਪੋਇਟ ਸੀ ਮੈਥਿਊ ਆਰਨਲਡ ਹੂ ਇਜ਼ ਕਾਲਡ ਸੇਕ राइटर हाँ जी सिग राइटर किसनों कहा जाता है मैथ्यू आर्नल्ड विच इज़ गास्कल्स फर्स्ट नॉवल हाँ जी एलिजाबैथ गास्कल ने जी उन्हों का पहला फर्स्ट नॉवल केड़ा गा आंसर है मैरी बार्टन फर्स्ट नॉवल है गास्कल का हाँ जी ये पब्लिश्ड होया 1848 के 1848 पब्लिश्ड होया हाँ जी इसका जो फुल टाइटल है मैरी बार्टन जो इसका सब टाइटल कह सकते हैं फुल नेम कह सकते हैं वो है मैरी बार्टन कॉलन उस तो बाद है अ टेल ऑफ मैनचेस्टर लाइफ इसका फुल टाइटल है फुल नेम है सब टाइटल भी कह सकते हैं स्टूडेंट्स जो सब टाइटल के रिलेटेड ने मेन सब टाइटल ने मेजर वर्क दे मैं उसकी वीडियो लास्ट प्रीवियस 3704 मास्टर कैडर इंग्लिश के टाइम ही मैंने अपलोड की हुई सी चैनल के उत्ते चैनल की प्लेलिस्ट उत्ते जाके तुसीं जरूर चैक करो उतो सारे जो मेन मेजर वर्कस ने गे उन्होंने पब्लिशिंग डेट ने उन्होंने सब टाइटल ने जरूर देखो पेपर के एक दो क्वेश्चन पक्का आएंगे तुहाडे लई हैल्पफुल होणगे नैक्सट क्वेश्चन विच गास्कल्स नॉवल हैज़ द सब टाइटल एन एवरीडे स्टोरी हाँ जी एलिजाबैथ गास्कल के किहड़े नॉवल का सब टाइटल है एन एवरीडे स्टोरी हाँ जी आंसर है वाइव्स एंड डॉटर्स का सब टाइटल है एन एवरीडे स्टोरी एक नॉवल है जी ये पब्लिश्ड होया 1866 के 1866 के पब्लिश्ड होया नैक्सट वर्क हू रोट सैमुअल बटलर्स बायोग्राफी सैमुअल बटलर की बायोग्राफी किस द्वारा लिखी गई हैनरी फेस्टिंग जॉन्स द्वारा हाँ जी हैनरी फेस्टिंग जॉन्स कौन ने गे ये ने गे फ्रेंड सैमुअल बटलर दे इन्होंने इन्हों की बायोग्राफी लिखी जो कि 2 वॉल्यूम के है नैक्सट वर्क द सब टाइटल ऑफ मिडल मार्च का सब टाइटल की है मिडल मार्च का सब टाइटल है अ स्टडी ऑफ प्रोविंसिकल लाइफ बहुत इंपॉर्टेंट वर्क एंड सब टाइटल है ये लिखा गया जॉर्ज एलियट द्वारा ही लिखा गया ये कदों पब्लिश्ड होया जी ये पब्लिश्ड होया है 1871 ਦੇ ਵਿੱਚ 1871 ਦੇ ਵਿੱਚ ਇਹ ਨੋਵਲ ਪਬਲਿਸ਼ਡ ਹੋਇਆ ਨੈਕਸਟ which novel was destroyed by Thomas Hardy most important question Thomas Hardy द्वारा ਕਿਹੜਾ ਨੋਵਲ ਹੈ ਜੋ ਡਿਸਟਰੋਏ ਕੀਤਾ ਗਿਆ ਉਹਨਾਂ ਦਾ ਵੈਸੇ ਹੀ ਫਰਸਟ ਨੋਵਲ ਹੀ ਸੀਗਾ The Poor Man and the Lady next question who said Dickens has the life and soul of 50 human beings हाँ जी ਇੰਨੀ ਵਧੀਆ ਕੋਟੇਸ਼ਨ ਵਧੀਆ ਲਾਈਨ किन्ना ने यूज़ की डिकन के लिए Dickens has a life and soul of 50 human beings आंसर है ली हंट ने नेक्स्ट क्वेश्चन हु रोट द बुक द डिकन्स वर्ड जो बुक है किस द्वारा लिखी गई हम्फ्रे हाउस द्वारा नेक्स्ट क्वेश्चन
ਲੂਸੀ ਸਨੋ ਇਜ਼ ਅ ਸੈਂਟਰਲ ਕਰੈਕਟਰ ਇਨ, ਲੂਸੀ ਸਨੋ ਹੈ ਜੋ ਸੈਂਟਰਲ ਕਰੈਕਟਰ ਹੈ ਕਿਸ ਵਰਕ ਦੇ ਵਿੱਚ ਹੈਗਾ, ਵਿਲੇਟ ਦੇ ਵਿੱਚ। ਵਿਲੇਟ ਕਿਸ ਦੁਆਰਾ ਲਿਖਿਆ ਗਿਆ, ਸ਼ਾਰਲੋਟ ਬ੍ਰੋਂਟੇ ਦੁਆਰਾ। ਇਹ ਵਰਕ ਲਿਖਿਆ ਗਿਆ ਹੈ ਸ਼ਾਰਲੋਟ ਬ੍ਰੋਂਟੇ ਦੁਆਰਾ, ਜੋ ਐਮਲੀ ਬ੍ਰੋਂਟੇ ਦੀ ਸਿਸਟਰ ਹੈ। ਹਾਂਜੀ, ਜੋ 3 ਬ੍ਰੋਂਟੇ ਸਿਸਟਰ ਉਹਨਾਂ ਦੇ ਵਿੱਚੋਂ ਇੱਕ ਨੇ ਇਹ, ਉਹਨਾਂ ਦੁਆਰਾ ਲਿਖਿਆ ਗਿਆ ਹੈਗਾ। ਹਾਂਜੀ, ਇਹ ਨੋਵਲ ਹੈ ਜੋ 3 ਵੋਲੀਅਮ ਦੇ ਵਿੱਚ ਲਿਖਿਆ ਗਿਆ। ਇਹ ਪਬਲਿਸ਼ਡ ਹੋਇਆ ਗਾ 1853 ਦੇ ਵਿੱਚ, 1853 ਦੇ ਵਿੱਚ ਇਹ ਪਬਲਿਸ਼ਡ ਹੋਇਆ। ਨੈਕਸਟ ਕੁਐਸਚਨ, whose preface is considered as the unofficial manifesto of aesthetism in Walter Pater work। हाँ जी, Walter Pater ਦੇ ਕਿਹੜੇ ਵਰਕ ਦੇ ਵਿੱਚ ਇਹ ਪ੍ਰੀਫੇਸ ਕੰਸੀਡਰ ਕੀਤਾ ਗਿਆ ਅਨਅਫੀਸ਼ੀਅਲ ਮੈਨੀਫੈਸਟੋ ਆਫ ਐਸਥੈਟਿਸਿਜ਼ਮ? ਆਨਸਰ ਹੈ ਸਟੱਡੀਜ਼ ਇਨ ਦਾ ਹਿਸਟਰੀਜ਼ ਆਫ ਰੈਨੇਸੈਂਸ। ਸਟੱਡੀਜ਼ ਇਨ ਦਾ ਹਿਸਟਰੀ ਆਫ ਰੈਨੇਸੈਂਸ ਜੋ ਲਿਖਿਆ ਗਿਆ ਵਾਲਟਰ ਪੈਟਰ ਦੁਆਰਾ। ਇਸ ਦੀ ਥੀਮ ਕੀ ਹੈ ਜੀ, ਇਸ ਦੀ ਥੀਮ ਹੈਗੀ ਆ ਗੋਥਿਕ। ਗੋਥਿਕ ਇਸ ਦੀ ਥੀਮ ਹੈ ਔਰ ਪਬਲਿਸ਼ਡ ਹੋਇਆਗਾ 1873 1873 ਦੇ ਵਿੱਚ। ਨੈਕਸਟ ਕੁਐਸਚਨ, ਦ ਫਰਸਟ ਐਸੇ ਆਫ ਸੇਮਸ ਐਂਡ ਲਿਲੀਜ਼ ਡੀਲਸ ਵਿਦ, हाँ जी ਇਹ ਨਹੀਂ ਆਏਗੀ SEME, ਸੇਮਸ ਐਂਡ ਲਿਲੀਜ਼ ਡੀਲਸ ਵਿਦ। हाँ जी ਇਹ ਐਸੇ ਫਰਸਟ ਐਸੇ ਕਿਸ ਦੁਆਰਾ ਇਸ ਦਾ ਫਰਸਟ ਐਸੇ, ਸੌਰੀ ਇਸ ਦੇ ਟੋਟਲ ਐਸੇ ਨੇ, ਇਸ ਨੂੰ ਅੱਗੇ ਸਬ ਐਸੇਜ਼ ਦੇ ਵਿੱਚ ਡਿਵਾਈਡ ਕੀਤਾ ਗਿਆ। ਉਸ ਦੇ ਵਿੱਚ ਪਹਿਲਾ ਐਸੇ ਕੀ ਹੈਗਾ, ਵਟ ਟੂ ਰੀਡ ਐਂਡ ਹਾਊ ਟੂ ਰੀਡ। ਇਹ ਪਬਲਿਸ਼ਡ ਹੋਇਆਗਾ 1865 ਦੇ ਵਿੱਚ, 1865 ਦੇ ਵਿੱਚ, ਰਿਟਨ ਬਾय ਜੌਨ ਰਸਕਿਨ। ਜੌਨ ਰਸਕਿਨ ਦੁਆਰਾ ਇਹ ਲਿਖਿਆ ਗਿਆ। हाँ जी, नेक्स्ट क्वेश्चन, हु रॉट द वर्क ओलिवर क्रॉमवेल लेटर्स, LIV थे, लेटर्स एंड स्पीचेस। ये वर्क है जो किस द्वारा लिखा गया, थॉमस कार्लाइल द्वारा। थॉमस कार्लाइल ने लिखा गया। ये ओलिवर क्रॉमवेल की बायोग्राफी है जो लिखी गई है थॉमस कार्लाइल द्वारा। हाँ जी, ये लिखी है इन्होंने 1845 ਦੇ ਵਿੱਚ, 1845 ਦੇ ਵਿੱਚ, 1845 ਦੇ ਵਿੱਚ ਲਿਖੀ ਗਈ ਆ। हाँ जी, नेक्स्ट क्वेश्चन, whose work did Thomas Carlyle translate into English? हाँ जी, थॉमस कार्लाइल ने किन्ना दा वर्क है जो ट्रांसलेट किया इंग्लिश दे विच? मोस्ट इंपॉर्टेंट क्वेश्चन है जी, ये उन्होंने किया गॉथ दा। मूव टू नेक्स्ट क्वेश्चन, विच इज ब्राउनिंग्स लास्ट प्ले? ब्राउनिंग दा केड़ा प्ले है जो लास्ट प्ले हैगा इन अ बालकनी? नेक्स्ट क्वेश्चन, who said next to the Bible in memoriam is my favorite? मोस्ट इंपॉर्टेंट क्वेश्चन। हाँ जी, किन्ना ने कहा कि बाइबल तो बाद इन मेमोरियम मेरी फेवरेट बुक हैगी? ये क्या गया क्वीन विक्टोरिया द्वारा। हाँ जी, जो इन मेमोरियम है ये लिखा गया तो पता है टेनिसन द्वारा। इसका फुल नेम है इन मेमोरियम AHH। ये पब्लिश्ड होया 1850 ਦੇ ਵਿੱਚ, 1850 ਦੇ ਵਿੱਚ। What is the real name of George Eliot? George Eliot ਦਾ real name ਕੀ ਹੈਗਾ? Mary Ann Evans। Next question, whose scientific theories did Samuel Butler criticize? हाँ जी, सैमुअल बटलर ने किन्ना दियां साइंटिफिक थ्योरीज ने क्रिटिसाइज कीतियां सीगियां? हाँ जी, आंसर है चार्ल्स डार्विन। चार्ल्स डार्विन दियां जो साइंटिफिक थ्योरीज सीगियां वो सैमुअल बटलर ने क्रिटिसाइज कीतियां। नेक्स्ट क्वेश्चन, whose biography did Stephen Leacock write? हाँ जी, ये कंटैंपरेरी ਦੇ ਵਿੱਚ ਵੀ क्वेश्चन ऐड ਕੀਤਾ ਸੀ मैं, ਤੇ ਇੱਥੇ ਵੀ ਸੇਮ क्वेश्चन ऐड ਕੀਤਾ। ਇਹਦਾ ਰੀਜ਼ਨ ਬੀਂਗ ਹੈ ਕਿ ਤੁਹਾਡੇ ਰਿਮਾਈਂਡ ਹੋ ਜੇ ਤੇ ਥੋੜਾ ਜਿਹਾ ਨਵਾਂ ਇਸ ਦੇ ਵਿੱਚ ਐਡ ਕਰਾਂ ਕਿ ਬੁੱਕ ਦਾ ਨਾਮ ਕੀ ਹੈ, ਕਿ ਸਟੀਫਨ ਲਿਕੌਕ ਨੇ ਕਿੰਨਾ ਦੀ ਬਾਇਓਗ੍ਰਾਫੀ ਲਿਖੀ ਤੇ ਉਹਦਾ ਨਾਮ ਕੀ ਹੈਗਾ। हाँ जी, ਉਹਨਾਂ ਨੇ ਲਿਖੀ ਚਾਰਲਸ ਡਿਕਨਸ ਦੀ। ਲਾਸਟ ਟਾਈਮ ਮੈਂ ਦੱਸਿਆ ਨਹੀਂ ਸੀ, ਪ੍ਰੀਵੀਅਸ ਵੀਡੀਓ ਦੇ ਵਿੱਚ ਇੱਥੇ ਦੱਸ ਰਹੀ ਹਾਂ। ਉਸ ਦਾ ਨਾਮ ਕੀ ਹੈਗਾ? ਚਾਰਲਸ ਡਿਕਨ ਦੀ ਬਾਇਓਗ੍ਰਾਫੀ ਲਿਖੀ, ਉਸ ਦਾ ਨਾਮ ਹੈ ਚਾਰਲਸ, ਨੋਟ ਕਰ ਲਓ, ਚਾਰਲਸ Dickens, colon, his wife, इकट्ठा है जी, his wife and work, Charles Dickens, colon, his wife and work, ये biography का name। Next question, Mrs. Macaver is center character in? हाँ जी, Mr. Macaver किस दे विच center character है? David Copperfield। Most important work रिटन बाय चार्ल्स डिकन्स। डिकन्स द्वारा लिखा गया। चार्ल्स डिकन्स जी बहुत इंपॉर्टेंट राइटर है, उन्होंने हार्ड टाइम हो गया, डेविड कॉपरफील्ड हो गया। ये वर्क इन्ने ज़्यादा इंपॉर्टेंट ने, इन्होंने एक अद्धा क्वेश्चन पक्का ही आता गा। हाँ जी, ये कदों पब्लिश्ड होया जी, इसकी गल करते हैं। इस सीरीयल फॉर्म के पब्लिश्ड होया, इन सीरीयल फॉर्म 1849 तो 1850 तक, 1849 तो लैके 1850 तक सीरीयल फॉर्म के होया। और बुक फॉर्म के कदों पब्लिश्ड होया ये 1850 के 1850 के।
हाँ जी, होर इंपॉर्टेंट की है, एक नॉवल है सब तो पहला दस, उस तो बाद इंपॉर्टेंट गल है ये एक ऑटोबायोग्राफिकल नॉवल है जी, एक ऑटोबायोग्राफिकल नॉवल हैगा। मूव टू नैक्सट क्वेश्चन। मिडल मार्च इज द नेम ऑफ, ਤੁਹਾਨੂੰ ਪਤਾ ਹੀ ਹੈ ਮਿਡਲ ਮਾਰਚ ਪ੍ਰੀਵੀਅਸ ਦੱਸ ਕੇ ਹਟੀਆਂ, ਜਾਰਜ ਏਲੀਅਟ ਦੁਆਰਾ ਲਿਖਿਆ ਗਿਆ ਇੱਕ ਨੋਵਲ ਹੈਗਾ, ਪਬਲਿਸ਼ਡ ਹੋਇਆ ਹੈਗਾ 1871 ਦੇ ਵਿੱਚ, 1871 ਦੇ ਵਿੱਚ। ਇਹ ਕਿਸ ਦਾ ਨੇਮ ਹੈਗਾ? ਇਹ ਇੱਕ ਟਾਊਨ ਦਾ ਨੇਮ ਹੈ। ਹਾਂਜੀ ਸਟੂਡੈਂਟਸ, ਤੁਸੀਂ ਰਿਕੁਐਸਟ ਕਰਦੇ ਹੋ ਕਿ ਮਾਡਰਨ ਏਜ ਦੇ ਕੁਐਸਚਨ ਬਣਾਏ ਜਾਣ, ਵਿਕਟੋਰੀਅਨ ਏਜ ਦੇ ਬਣਾਏ ਜਾਣ, ਕੰਟੈਂਪਰੇਰੀ ਏਜ ਦੇ ਬਣਾਏ ਜਾਣ। ਕੰਟੈਂਪਰੇਰੀ ਦੇ ਮੈਂ ਕੱਲ੍ਹ ਬਣਾਤੇ ਸੀ, ਅੱਜ ਵਿਕਟੋਰੀਅਨ ਦੇ ਬਣਾਤੇ। ਹਾਂਜੀ ਮਾਡਰਨ ਦੇ ਜੋ ਕੁਐਸਚਨ ਨੇ ਆਲਰੇਡੀ ਯੂਟਿਊਬ ਦੇ ਉੱਤੇ ਪ੍ਰੈਪਰੇਸ਼ਨ ਵਿਦ ਆਰਜੇ ਦੇ ਉੱਤੇ ਆਲਰੇਡੀ ਅਪਲੋਡ ਨੇ। ਮੈਂ ਪਿਛਲੀ ਵਾਰ 3704 ਦੇ ਵਿੱਚ ਕਾਫੀ ਜ਼ਿਆਦਾ ਜੋ MCQ ਸੀਰੀਜ਼ ਸੈਂਡ ਕੀਤੀਆਂ ਹੋਈਆਂ ਨੇ ਪ੍ਰੈਪਰੇਸ਼ਨ ਵਿਦ ਆਰਜੇ YouTube ਚੈਨਲ ਤੇ, ਉੱਥੇ ਜਾ ਕੇ ਪਲੇਲਿਸਟ ਦੇ ਉੱਤੇ ਤੁਸੀਂ ਸੁਪਰ ਕੁਐਸਚਨ ਦੇਖੋ, ਲਿੰਗੁਇਸਟਿਕ ਦੇ ਕੁਐਸਚਨ ਦੇਖੋ, ਲਿੰਗੁਇਸਟਿਕ ਦੇ ਟੌਪਿਕ ਦੇਖੋ। 101% ਤੁਹਾਡੇ ਇਹਨਾਂ ਦੇ ਵਿੱਚੋਂ ਪੇਪਰ ਦੇ ਵਿੱਚ 101% ਹੈਲਪਫੁਲ ਹੋਣਗੇ। ਮੇਰੇ ਪੁਆਇੰਟ ਆਫ ਵਿਊ ਤੋਂ ਮੈਂ ਬਹੁਤ ਜ਼ਿਆਦਾ ਵਧੀਆ ਕਰਾ ਰਹੀ ਹਾਂ, ਤਾਂ ਪੱਕਾ ਤੁਹਾਡੇ ਹੈਲਪਫੁਲ ਹੋਣਗੇ, ਤਾਂ ਜ਼ਰੂਰ ਜਾ ਕੇ ਦੇਖੋ। ਔਰ ਪਰਸੋਂ 18th ਨੂੰ ਤੁਹਾਨੂੰ ਮੈਂ ਫ੍ਰੀ ਆਫ ਕੋਸਟ ਹੈ ਜੋ ਮੌਕ ਟੈਸਟ ਪ੍ਰੋਵਾਈਡ ਕਰ ਰਹੀ ਹਾਂਗੀ, ਤਾਂ ਉਸ ਦੇ ਲਈ ਪ੍ਰਿਪੇਅਰ ਹੋਣਾ। ਸਟੂਡੈਂਟ ਦੇ ਰਿਕੁਐਸਟ ਸੀ ਕਿ ਗੂਗਲ ਫਾਰਮ 'ਚ ਹੋਵੇ, ਗੂਗਲ ਫਾਰਮ ਦੇ ਵਿੱਚ ਨਹੀਂ ਬਣਾ ਸਕਦੇ, ਇਸੇ ਫਾਰਮ 'ਚ ਹੋਣਗੇ। ਤੁਹਾਨੂੰ ਇਹ ਮੈਂ ਪ੍ਰੈਪਰੇਸ਼ਨ ਵਿਦ ਆਰਜੇ ਟੈਲੀਗ੍ਰਾਮ ਹੈ ਜੋ ਚੈਨਲ ਹੈ ਉਸ ਦੇ ਉੱਪਰ ਇਸ ਦੀ PDF ਪਹਿਲਾਂ ਮੌਕ ਟੈਸਟ ਦੀ ਸ਼ੇਅਰ ਕਰੂੰਗੀ। ਉਸ ਦੇ ਲਈ ਤੁਹਾਨੂੰ ਟਾਈਮ ਦਿੱਤਾ ਜਾਏਗਾ, ਤੁਸੀਂ ਉਸ ਨੂੰ ਆਪਣਾ ਸੋਲਵ ਕਰਨਾ। ਆਫਟਰ ਦੈਟ ਮੈਂ ਉਸ ਦੀ ਜੋ YouTube ਚੈਨਲ ਦੇ ਉੱਤੇ ਵੀਡੀਓ ਬਣਾਉਂਗੀ ਆਨਸਰਸ ਦੀ। ਹਾਂਜੀ ਸਟੂਡੈਂਟਸ, ਗੂਗਲ ਫਾਰਮ ਦੇ ਵਿੱਚ ਇਸ ਲਈ ਨਹੀਂ ਮੈਂ ਪ੍ਰਿਪੇਅਰ ਕੀਤਾ ਕਿਉਂਕਿ ਤੁਸੀਂ ਪ੍ਰੈਕਟਿਸ ਕਰਨੀ ਹੈ ਪੇਪਰ ਦੀ, ਟਾਈਮ ਸੈੱਟ ਕਰਕੇ ਕਰਨੀ ਹੈ ਪ੍ਰੈਕਟਿਸ, ਤਾਂ ਕਰਕੇ ਤੁਸੀਂ ਪੇਪਰ ਦੇ ਵਿੱਚ ਜੋ ਟਾਈਮ ਦੇ ਅਕੋਰਡਿੰਗ ਤੁਸੀਂ ਆਪਣਾ ਪੇਪਰ ਸੋਲਵ ਕਰ ਸਕੇ। ਇਸੇ ਲਈ ਮੈਂ ਗੂਗਲ ਫਾਰਮ ਦੇ ਵਿੱਚ ਨਹੀਂ ਬਣਾਉਂਗੀ, ਇਨ क्वेश्चन पेपर फॉर्म ਦੇ ਵਿੱਚ ਹੀ ਬਣਾਇਆ ਜਾਵੇਗਾ। ਹਾਂਜੀ ਸਟੂਡੈਂਟਸ, if you understand this video then share this video with your friends and also like comment ਜ਼ਰੂਰ ਕਰਿਆ ਕਰੋ। ਤੁਹਾਨੂੰ ਪਤਾ ਕਮੈਂਟ ਦੇ ਨਾਲ ਹੌਸਲਾ ਹੁੰਦਾ ਜੀ। ਦੇਖੋ ਜੋ ਪੇਡ ਪ੍ਰੋਵਾਈਡ ਕਰਵਾਉਂਦੇ ਨੇ ਉਹਨਾਂ ਨੂੰ ਹੌਸਲਾ ਹੁੰਦਾ ਉਹਨਾਂ ਦੇ ਪੈਸੇ ਦਾ, ਠੀਕ ਹੈ ਵੀ ਉਹਨਾਂ ਨੂੰ ਪੈਸਾ ਮਿਲਦਾ, ਫੀਸ ਮਿਲਦਾ, ਮੈਨੂੰ ਹੌਸਲਾ ਮਿਲਦਾ ਤੁਹਾਡੇ ਲਾਈਕ ਤੇ ਕਮੈਂਟਸ ਦਾ। ਹਾਂਜੀ, which poem is an elegy on the death of Matthew Arnold? ਹਾਂਜੀ ਬਹੁਤ ਇੰਪੋਰਟੈਂਟ ਹੈ ਕਿ ਮੈਥਿਊ ਆਰਨਲਡ ਨੇ ਆਪਣੇ ਫਰੈਂਡ ਦੇ ਉੱਪਰ ਐਲੀਜੀ ਲਿਖੀ ਸੀ, ਕਾਫੀ ਫਰੈਂਡਸ ਦੇ ਉੱਪਰ ਲਿਖੀ ਸੀ ਉਹਨਾਂ ਨੇ, ਠੀਕ ਹੈ। ਤਾਂ ਕਿਹੜੀ ਐਲੀਜੀ ਸੀ? ਵੈਸਟਮਿਨਿਸਟਰ ਐਵੇ। ਇੱਕ ਦੋ ਹੋਰ ਫਰੈਂਡਸ ਦੇ ਉੱਤੇ ਵੀ ਸੀ, ਮੇਬੀ ਮੈਨੂੰ ਯਾਦ ਨਹੀਂ ਹੈਗਾ ਹੁਣ ਕਿਹੜੇ ਕਿਹੜੇ ਸੀਗੇ। ਵਿਚ ਪੋਇਮ ਇਜ਼ ਐਨ ਐਲਜੀ ਔਨ ਦਾ ਡੈਥ ਆਫ ਆਰਨਲਡ ਫਰੈਂਡ, ਦੇਖ ਲੈਣਾ ਕਿਹੜੇ ਫਰੈਂਡ ਹੈ, ਕੀ ਨਾਮ ਹੈ ਉਹਨਾਂ ਦਾ, ਤਾਂ ਵੈਸਟਮਿਨਿਸਟਰ ਐਵੇ ਆ। ਹਾਂਜੀ ਸਟੂਡੈਂਟਸ, ਇਫ ਯੂ ਲਾਈਕ ਐਂਡ ਅੰਡਰਸਟੈਂਡ this video then don't forget to like, share and comment. Thank you.